बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स में शाहिद अली अवान की जानिब से खुश आमदीद। मुअज़्ज़ज़ नाज़रीन, रफ़ीक गुज्जर साहब के साथ शूट की गई वीडियो का तीसरा हिस्सा। इसमें चंद जनरल बातें हैं जो कि न्यू फार्मर्स के लिए इंतहाई फ़ायदेमंद हो सकते हैं, इसलिए मैं इसका ये तीसरा हिस्सा भी पेश कर रहा हूँ, जबकि इसके दीगर दो हिस्सों के लिंक मैंने वीडियो की डिस्क्रिप्शन में शेयर कर दिए हैं। अगर आप वो भी देखना चाहें तो आप देख सकते हैं। तो चलें वीडियो का तीसरा हिस्सा स्टार्ट करते हैं। बंदे टेंशन लै जाते, टेंशन जी है ना सब तो बड़ी इंसान की बीमारी है। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਫਾਰਮਰ ਨੇ ਜਿਹੜੇ ਮੱਝਾਂ ਪਾਲਦੇ ਨੇ ਉਹਨਾਂ ਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ, ਉਹ ਅੱਲਾਹ ਤੋਂ ਗਲਤ ਹੈ। ਮਾਲ ਵਾਲਾ ਨਹੀਂ, ਮਾਲ ਵਾਲੇ ਨੂੰ ਤੇ ਮੈਂ ਮੌਲਾ ਰੋਜ਼ ਦਿੰਦਾ। ਬਿਲਕੁਲ ਇੱਥੇ ਮਈ ਗਲਤ ਹੋ ਵੀ ਜਾਂਦੀ ਹੈ। ਇੱਕ ਮਈ ਆਈ ਉਹ ਸਾਡੀ ਬਿਲਕੁਲ ਮਈ ਤਿਆਰ ਹੋਈ, ਬੱਚੇ ਸਾਡੇ ਨੇ ਮਈ ਖੋਲ ਕੇ ਬਾਹਰ ਲੈ ਗਿਆ, ਉਹਨੂੰ ਕੁਦਰਤੀ ਨਜ਼ਰ ਲੱਗ ਗਈ ਜਾਂ ਜੋ ਵੀ ਹੋ ਗਿਆ। ਚੰਗੀ ਮਈ ਸਾਡੀ ਉਹ ਜਿਸ ਟਾਈਮ ਆ ਗਈ ਤੇ ਮਈ ਦਾ ਬੱਚਾ ਅੰਦਰ ਗਲਤ ਹੋ ਗਿਆ। गलत हो गया तो वो कहने लगा कि मैं जैसे मैं उन बच्चे ने आके मैं ये तेरी गलत हो गई, बच्चा अंदर मर गया ते किसी ने बुलाओ डॉक्टर ने। डॉक्टर ने आख्या इन्हें टीके लाओ। डॉक्टर जी केड़ियां नूं कहानी सुनाते हो, ये हिसाब सुनी दी गल कर तू। मैं चुप करके कसाई नूं बुला, कसाई नूं बुलाओ। उन्हें ना वे एक मेरी 2 लाख दी है ते इनू वेचण वाली गल करदे कराने असां 50,000 रुपए दी कसाई नूं। एक होर व्यापारी आ गया, उन्हें आख्या नहीं इनू फलाने टीके लाओ। उन्हें आख्या मेरी गल सुन, कसाई 50 दिंदा, तू भी 50 दे, ते तू इत्ते अपना जिहड़ा ना जमा तजर्बा है ते तू जमा। वो किसी के घर रख के तजर्बे करने की आख्या क्यों? किसी ने अंधेरे च रख दो, तुसीं लोग अंधेरे च रख दो मरता। या तो तू ला 50,000 मन सानू बना, मई का तजर्बा कर, 2 लाख नूं बचा। अच्छा, ਤੁਹਾਨੂੰ ਵੇਖ ਕੇ ਪਤਾ ਚੱਲ ਗਿਆ ਕਿ ਮੱਝ ਦੇਖੋ ਮੇਰੀ ਗੱਲ ਸੁਣ, ਸਾਡਾ ਇਹ ਪੂਰਾ ਕਾਰੋਬਾਰ ਨੂੰ ਪੂਰਾ ਅਸੀਂ ਜਾਣਦੇ। ਮਾਸ਼ਾਅੱਲਾ ਤਜਰਬਾ ਕੀ ਅਸੀਂ ਇਹਨਾਂ ਨੇ ਨਾ ਇੱਕ ਕਿਸਮ ਦੇ ਕੀੜੇ। ਜ਼ਿੰਦਾਬਾਦ, ਵੈਰੀ ਗੁੱਡ, ਜ਼ਬਰਦਸਤ ਗੱਲ ਦੱਸੀ ਤੁਸੀਂ ਕਿ ਤੁਸੀਂ ਕੋਈ ਵੀ ਮੱਝ ਨੂੰ ਮਸਲਾ ਹੈ, ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ, ਕੁਝ ਲੋਕ ਗੰਦਾ ਪਾਣੀ ਪਿਲਾਉਂਦੇ ਨੇ ਮੱਝਾਂ ਨੂੰ, ਤੁਹਾਡੀ ਕੀ ਰਾਏ ਵੇ? ਦੇਖੋ ਮੇਰੀ ਗੱਲ ਸੁਣੋ ਕਿ ਜਿਹੜਾ ਨਾ ਗੰਦੇ ਪਾਣੀ ਦੇ ਵਿੱਚ ਹੁੰਦੀ ਏ ਜੋਕਾਂ ਹੁੰਦੀਆਂ ਨੇ, ਪਾਣੀ ਢੱਕਿਆ ਹੁੰਦਾ ਹੈ, ਕੀ ਕਹਿੰਦੇ ਉਹਦੇ ਚ 100 ਬਿਮਾਰੀ ਹੁੰਦੀ। ਪਾਣੀ ਜਿਹੜਾ ਨਾ ਸਾਫ਼ ਹੀ ਪਿਲਾਉਣਾ ਚਾਹੀਦਾ। ਬਾਕੀ ਇਹ ਜਿਹੜਾ ਪਾਣੀ ਰੁੜਦਾ ਹੁੰਦਾ ਨਾ ਦਰਿਆਵਾਂ ਦਾ ਜਾਂ ਕਿਦਾ, ਉਹ ਪਾਣੀ ਜਿਹੜਾ ਉਹ ਸਾਫ਼, ਉਹ ਵੀ ਤਕਰੀਬਨ ਠੀਕ ਹੈ। ਕੀ ਕਹਿੰਦੇ ਤੇ ਤੁਸੀਂ ਘਰ ਬਾਂਦੇ ਮੋਟਰ ਸ਼ੋਟਰ ਚਲਾ ਕੇ ਤਾਜ਼ਾ ਪਾਣੀ ਤੁਸੀਂ ਜੀ ਸਭ ਮਾਸ਼ਾਅੱਲਾ ਡੰਗਰ ਤੁਹਾਡੇ ਕਾਫੀ ਨੇ, ਅੱਲਾ ਬਰਕਤ ਪਾਏ। ਤੇ ਜਿਹੜਾ ਇਹਨਾਂ ਦਾ ਗੋਬਰ ਇਹਦਾ ਕੀ ਕਰਦੇ ਹੋ? ਮੈਂ ਤਾਂ ਕਹਿੰਦਾ ਗੋਬਰ ਦੇ ਉੱਤੇ ਲੜਾਈ ਲੱਗੀ ਹੁੰਦੀ, ਉਹ ਕਹਿੰਦਾ ਨਹੀਂ ਮੇਰੀ ਹੈ ਤੇ ਉਹ ਮੈਂ ਮੇਰੀ ਹੈ। ਅੱਛਾ, ਤੇ ਆਸਮਾਨਾ ਜਿਹੜਾ ਨਾ ਅਸੀਂ ਜਿੰਨਾ ਵੀ ਹੋਇਆ ਨਾ ਫਿਰ ਭਾਈ ਜਾਂਦਾ। ਠੀਕ ਹੋ ਗਿਆ, ਇਹ ਪੂਰਾ ਨਹੀਂ ਹੁੰਦਾ ਜ਼ਮੀਨਾਂ 'ਚ, ਇਹ ਵੀ 6 ਮਹੀਨੇ ਬਾਅਦ ਉਹਨਾਂ ਪਾਣਾ ਹੁੰਦਾ। ਠੀਕ ਹੋ ਗਿਆ। रफीक साहब शेड के बारे च कुछ दसो। ਇਹਦੀ ਜਿੰਨੀ ਹਾਈਟ ਉੱਚੀ ਹੋਏ ਨਾ ਉਹਨੇ ਚੰਗਾ, ਤੁਹਾਨੂੰ ਉੱਤੋਂ ਵੀ ਜਾ ਕੇ ਨਜ਼ਰ ਮਰਵਾਉਂਦੇ। ਠੀਕ ਹੋ ਗਿਆ ਜੀ। ਇਹਦੇ ਵਿੱਚੋਂ ਹਵਾ ਜਿਹੜੀ ਹੈ ਨਾ ਕ੍ਰਾਸ ਹੁੰਦੀ, ਜਿੰਨਾ ਉੱਚਾ ਹੋਏਗਾ ਜੀ। ਮੇਰਾ ਇਥੋਂ ਖਿੜਕੀਆਂ ਦੀ ਇੱਧਰ ਦੀ ਹਵਾ ਉਧਰ ਆਈ ਦੀ, ਉਧਰ ਦੀ ਇੱਧਰ। ਬਿਲਕੁਲ ਸਹੀ ਜੀ। ਅਨੀ ਉੱਥੇ ਬੈਠੇ ਹਵਾਦਾਰ ਜੀ, ਇਹ ਅੰਦਰ ਜਿਹੜਾ ਨਾ ਇਨਸਾਨ ਮਹਿਸੂਸ ਨਹੀਂ ਜੀ। ਇਹ ਸਿਸਟਮ ਤੁਹਾਨੂੰ ਦੱਸਿਆ ਕਿ ਅੱਜ ਤੋਂ ਮੈਂ ਇਹਨੂੰ 32 ਸਾਲ ਹੋ ਗਏ ਨੇ। ਅੱਛਾ, 87 ਦੇ ਵਿੱਚ ਬਣੀ ਜੀ। ਇਹ ਜਿਹੜਾ ਤੁਸੀਂ ਬਣਾਇਆ 32 ਸਾਲ ਹੋ ਗਏ ਜੀ। 87 ਦੇ ਵਿੱਚ ਐਸਾ ਬਣਾਈ ਸੀ। ਇਸਤੇਮਾਲ ਤੁਸੀਂ ਹੁਣ ਕੀਤਾ ਜੀ? ਇਸਤੇਮਾਲ ਅਸਾਂ ਉਦੋਂ ਵੀ ਤੁਸੀਂ ਐਡੇ ਤਰਤੀਬ ਨਾਲ ਬਣਾਇਆ, ਬੜੀ ਅੱਛੀ ਗੱਲ ਹੈ ਜੀ। ਦੇਖੋ ਨਾ, ਉਦੋਂ ਇਹਨੇ ਸੋਚਿਆ ਕਿ ਦੋਵਾਂ ਪਾਸੋਂ ਹਵਾ ਗੁਜ਼ਰਨੀ ਚਾਹੀਦੀ ਜੀ। ਬਿਲਕੁਲ ਜਿਸ ਟਾਈਮ ਸਰਦੀਆਂ ਹੁੰਦੀਆਂ ਨਾ, ਇਹ ਬੂਹੇ ਦਰਵਾਜ਼ੇ ਜਿਹੜੇ ਨਾ ਇਹ ਬੰਦ ਹੋ ਜਾਂਦੇ। ਇਹ ਵੇਖਿਆ, ਇਹ ਦਰਵਾਜ਼ੇ ਬਿਲਕੁਲ ਬੰਦ ਹੋ ਜਾਂਦੇ ਸਨ। ਇਹ ਨੈਟ ਬੋਲਟਾਂ ਦਾ ਕੀ ਫੰਕਸ਼ਨ ਹੈ? ਇਹਨਾਂ ਦਾ ਮਕਸਦ ਇਧਰੋਂ ਰੱਸੀ ਪਾਣੀ, ਉਧਰੋਂ ਰੱਸੀ ਪਾਣੀ, ਤੇ ਨਾ ਸਰਦੀਆਂ ਦੇ ਵਿੱਚ ਇਹ ਬਿਲਕੁਲ ਬੰਦ ਹੋ ਜਾਣਾ। ਠੀਕ ਹੈ, ਸੇਫ ਹੋ ਜਾਣੇ, ਅੰਦਰ ਹਵਾ ਨਹੀਂ ਜਾਏ, ਅੰਦਰ ਗਰਮ ਰਹੇਗਾ। ਅੰਦਰ ਇੰਜ ਹੋਏਗਾ ਤੇ ਤੁਹਾਨੂੰ ਕੱਪੜੇ ਵੀ ਲਾਣੇ ਪੈਣਗੇ। ਯਾਨੀ ਤੁਸੀਂ ਛੋਟੇ ਪੁਆਇੰਟਸ ਦਾ ਵੀ ਖਿਆਲ ਰੱਖਿਆ ਹੈ? ਨਹੀਂ ਜੀ, ਹਰ ਚੀਜ਼ ਦਾ ਰੱਖਿਆ। ਠੀਕ ਸਾਹਿਬ ਦੱਸਿਓ ਕਿ ਜਿਹੜੀ ਮੱਝ ਜਾਂ ਗਾਂ ਹੈ, ਇਹਦੀ ਸਭ ਤੋਂ ਨਾਜ਼ੁਕ ਚੀਜ਼ ਕਿਹੜੀ ਹੈ? ਇਹ ਥਣ ਹੁੰਦਾ। ਥਣ ਹੁੰਦਾ। ਅਗਰ ਥਣ ਖਰਾਬ ਹੋਈਏ ਕਿਸ ਤਰ੍ਹਾਂ ਖਰਾਬ ਹੋ ਸਕਦਾ? ਦੇਖੋ ਮੇਰੀ ਗੱਲ ਸੁਣ, ਕੋਈ ਸੱਟ ਲੱਗਦੀ ਹੈ, ਠੀਕ ਹੋ ਗਿਆ, ਤੇ ਸੱਟ ਦੀ ਵਜ੍ਹਾ ਨਾਲ ਹੋ ਗਿਆ, ਜਾਂ ਡੰਗਰ ਬਾਹਰ ਜਾਂਦਾ ਨਾ ਤੇ ਉਹ ਆ ਜਾਂਦਾ ਚੀਰਾ ਜਿਹਾ ਆ ਗਿਆ, ਜਾਂ ਕੋਈ ਚੀਜ਼ ਵੀ ਲੱਗ ਜਾਂਦੀ ਤੇ ਫਿਰ ਅੱਗੋਂ ਪੱਕ ਜਾਏ ਨਾ ਤਾਂ ਫਿਰ ਨਹੀਂ ਲੋਕ। ਅੱਛਾ, ਤੁਸੀਂ ਦੱਸ ਰਹੇ ਹੋ ਕੋਈ ਨਾੜ ਆ ਜਾਂਦੀ ਜਾਂ ਗਿਲਟੀ ਵੇਗੀ ਆ ਜਾਂਦੀ, ਉਹਦਾ ਕੀ ਇਲਾਜ ਕਰਦੇ ਹੋ? ਆਪਰੇਸ਼ਨ ਕਿਸ ਤਰ੍ਹਾਂ ਕਰਦੇ ਹੋ ਤੁਸੀਂ? ਉਹਦਾ ਦੇਖ ਲਈ ਤਾਂ ਥਾਂਦਾ ਅੱਗੋਂ ਸਾਫ ਤੇ ਵੇਖ ਕੇ ਉਹ ਕਰਦੀ। ਆਪ ਆਪਰੇਸ਼ਨ ਕਰ ਲੈਂਦੇ? ਜੀ ਆਪ ਕਰ। ਇਹ ਕੋਈ ਏਡਾ ਵੱਡਾ ਨਹੀਂ ਕੰਮ ਹੁੰਦਾ। ਕਿਸ ਤਰ੍ਹਾਂ ਕਰਦੇ ਹੋ? ਉਹ ਥੋੜਾ ਜਿਹਾ ਚੀਰਾ ਦੇਣਾ ਪੈਂਦਾ, ਚੀਰਾ ਦੇ ਕੇ ਫਿਰ ਉਹ ਸਾਨੂੰ ਸਹੀ ਆ ਜਾਂਦਾ। ਅੱਛਾ, ਉਹ ਕਿੰਨੇ ਦੇਰ ਤੱਕ ਠੀਕ ਹੋ ਜਾਂਦਾ? ਇਹ ਤਕਰੀਬਨ ਹਫਤੇ ਦੇ ਵਿੱਚ ਹੋ ਜਾਂਦਾ। ਉਹਦੇ ਦੁੱਧ ਤੇ ਅਸਰ ਤੇ ਨਹੀਂ ਪੈਂਦਾ? ਨਹੀਂ, ਕੋਈ ਚੀਜ਼ ਨਹੀਂ ਪੈਂਦੀ। ਠੀਕ ਹੋ ਗਿਆ ਜੀ, ਮਿਹਰਬਾਨੀ। ਉਹ ਜਿਹੜਾ 2 ਦਿਨ ਪਹਿਲਾਂ ਕਰੀਦਾ ਨਾ ਤੁਹਾਨੂੰ, ਤੇ ਜਿਹੜਾ ਨਹੀਂ ਹੁੰਦਾ ਬ੍ਰੇਕ ਵਾਲਾ ਗੱਡੀ ਦਾ,
ਬ੍ਰੇਕ ਵਾਲੋਂ ਲਾਈ ਜਾਂਦੇ ਤਾਂ ਖੂਨ ਜਿਹੜਾ ਨਾ ਰੁਕ ਜਾਂਦਾ। ਸਰ ਇਹ ਦੱਸੋ ਕਿ ਤੂੜੀ ਸਹੀ ਰਹਿੰਦੀ ਕਿ ਪਰਾਲੀ ਸਹੀ ਰਹਿੰਦੀ, ਔਰ ਦੋਵਾਂ ਚੋਂ ਬਿਹਤਰ ਕਿਹੜੀ ਹੈ, ਨੁਕਸਾਨ ਦੇ ਕਿਹੜੀ ਹੈ? ਨਹੀਂ ਨੁਕਸਾਨ ਦੇ ਜਿਹੜੀ ਹੈ ਨਾ ਪਰਾਲੀ ਨੁਕਸਾਨ ਦੇ ਅੱਛਾ ਜੀ, ਤੂੜੀ ਜਿਹੜੀ ਹੈ ਨਾ ਇਹ ਤੇ ਬਹੁਤ ਵਧੀਆ ਹੋ ਜਾਂਦਾ। ਠੀਕ ਹੈ ਜੀ। ਤੁਸੀਂ ਕਿੱਥੋਂ ਲਿਆਉਂਦੇ ਹੋ ਤੇ ਕਿਸ ਰੇਟ ਤੋਂ ਮਿਲਦੀ ਤੁਹਾਨੂੰ? ਇਹ ਜਦੋਂ ਸੀਜ਼ਨ ਆਉਂਦਾ ਨਾ ਉਦੋਂ ਸਟਾਕ ਕਰ ਲੈਂਦੇ ਹਾਂ ਅਸੀਂ। ਠੀਕ ਹੈ, ਕਿੰਨੀ ਕਰਦੇ ਹੋ? ਉਦੋਂ ਜਿਹੜੀ ਹੈ ਤਕਰੀਬਨ ਕਾਫੀ ਅਸੀਂ 4-5 ਲੱਖ ਰੁਪਏ ਦੀ ਕਰ ਲੈਂਦੇ ਤੇ ਕਿੱਥੋਂ ਲੈ ਕੇ ਆਉਂਦੇ ਹੋ? ਇਹ ਜ਼ਿਆਦਾ ਤੌਰ ਤੇ ਜਿਹੜੀ ਹੈ ਨਾ ਤੂੜੀ ਹਾਂ ਹਾਂ, ਇਹ ਬੌਲਪੁਰ ਵਾਲੇ ਪਾਸੇ ਹੁੰਦੀ ਹੈ। ਕਿਸ ਰੇਟ ਤੇ ਮਿਲ ਜਾਂਦਾ ਟਰਾਲਾ? ਉਦੋਂ ਤਕਰੀਬਨ ਜਿਹੜੀ ਹੈ 350 ਪੌਣੇ 400 ਦਾ ਕੀ ਮੰਨ? ਪਹੁੰਚ ਮਿਲ ਜਾਂਦੀ। ਜ਼ਬਰਦਸਤ, ਜ਼ਿੰਦਾਬਾਦ ਜੀ ਹੁਣ ਟਾਈਮ ਸਿਰ ਸੋਚੋ ਜੀ। ਤੇ ਬਚਤ ਕਰੋ। ਨਹੀਂ ਬਾਈ ਤੇ ਵੀ ਠੀਕ ਹੈ ਜੀ।